ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੋਇ ਪਾਏ ਬਿਗੁਚੀਐ, ਗਲ ਪਈਸ ਜਮ ਕੀ ਫਾਸ। ਜੇਹਾ ਬੀਜੈ ਸੋ ਲੁਣੈ, ਮਥੈ ਜੋ ਲਿਖਿਆਸ। ਰਹਿਣ ਬਿਹਾਣੀ ਪਛੋਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਬਾਲੀ ਏ ਕੁਲ ਆਲਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਪਾਤਸ਼ਾਹ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਆਪਣੇ ਰੁਝੇਵਿਆਂ ਚੋਂ ਬਾਹਰ ਨਿਕਲ ਕੇ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰ 'ਤੇ ਆ ਕੇ ਆਪਣੇ ਸਮੇਂ ਨੂੰ ਕੀਮਤੀ ਬਣਾ ਲੈਂਦੇ ਹੋ, ਸਫਲਿਆਂ ਬਣਾ ਲੈਂਦੇ ਹੋ, ਭਾਗਾਂ ਵਾਲੇ ਹੋ। ਆਓ ਗੁਰਮੁਖੋ, ਆਪ ਜੀ ਜਾਣਦੇ ਹੋ ਅੱਜ ਸੰਗਰਾਂਦ ਦਾ ਦਿਨ, ਸੰਕਰਾਂਤ ਜਿਹੜਾ ਸੰਸਕ੍ਰਿਤ ਸ਼ਬਦ ਤੋਂ ਬਣਿਆ, ਭਾਵ ਅਰਥ ਹੁੰਦਾ ਬਦਲਾਅ ਹੋਣਾ। ਜਦੋਂ ਮੌਸਮ ਬਦਲ ਜਾਂਦਾ ਹੈ, ਸੂਰਜ ਪਹਿਲੀ ਰਾਸ ਤੋਂ ਦੂਜੀ ਰਾਸ ਵਿੱਚ ਚਲਿਆ ਜਾਂਦਾ ਹੈ, ਥੋੜ੍ਹਾ ਥੋੜ੍ਹਾ ਹਰ ਮਹੀਨੇ ਮੌਸਮਾਂ ਵਿੱਚ ਬਦਲਾਅ ਹੁੰਦਾ ਰਹਿੰਦਾ ਹੈ। ਇਸੇ ਨੂੰ ਸੰਸਕ੍ਰਿਤ ਵਿੱਚ ਸੰਕਰਾਂਤ ਕਿਹਾ ਜਾਂਦਾ ਸੀ। ਸੰਕ੍ਰਾਂਤੀ ਭਾਵ ਬਦਲਾਅ ਆਉਣਾ ਮੌਸਮ ਵਿੱਚ। ਸੂਰਜ ਆਪਣੀ ਪਹਿਲੀ ਰਾਸ ਤੋਂ ਦੂਜੀ ਰਾਸ ਵਿੱਚ ਚਲਿਆ ਜਾਂਦਾ, 12 ਰਾਸਾਂ ਨੇ। ਸੋ ਇਸ ਵਾਸਤੇ ਆਪਾਂ ਇਹਨੂੰ ਸੰਗਰਾਂਦ ਕਹਿ ਦਿੰਦੇ ਹਾਂ। ਫਿਰ ਮਹਾਰਾਜ ਜੀ ਨੇ 12 ਮਾਹਾਂ ਦਾ ਪਾਠ ਜਿਹੜਾ ਹੈ, ਉਹਨਾਂ ਬਚਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਇਹੋ ਹੀ ਸਮਝਾਉਂਦੇ ਆ ਵੀ ਵੇਖ, ਜਿਵੇਂ ਮੌਸਮ ਬਦਲਦਾ ਰਹਿੰਦਾ ਥੋੜ੍ਹਾ ਥੋੜ੍ਹਾ ਕਰਕੇ। ਹੁਣ ਗਰਮੀ ਹੈ, ਉਦੋਂ ਜ਼ਿਆਦਾ ਹੋ ਜਾਣੀ ਹੈ, ਫਿਰ ਉਦੋਂ ਘਟ ਜਾਣੀ ਹੈ, ਫਿਰ ਹੋਰ ਘਟ ਜਾਣੀ ਹੈ, ਫਿਰ ਸਰਦੀ ਆ ਜਾਣੀ ਹੈ। ਹਰ ਮਹੀਨੇ ਥੋੜ੍ਹਾ ਥੋੜ੍ਹਾ ਚੇਂਜ ਹੋ ਰਿਹਾ। ਸਤਿਗੁਰੂ ਸਾਨੂੰ ਕਹਿੰਦੇ ਵੀ ਇਹਨਾਂ ਮਹੀਨਿਆਂ ਤੋਂ ਹੀ ਸਮਝ ਲੈ ਭਾਈ, ਵੀ ਤੂੰ ਬਦਲ ਜਾ ਆਪਣੇ ਆਪ ਨੂੰ। ਇਸ ਮਹੀਨੇ ਵਿੱਚ ਮੌਸਮ ਕਿਹਾ ਜਾਏ, ਜਿੱਥੇ ਬਾਹਰ ਦੀ ਗੱਲ ਕਰਦੇ ਆ ਨਾ ਗੁਰਮੁਖ ਪਿਆਰਿਓ, ਜੇਠ ਹਾੜ ਦੇ ਮਹੀਨੇ ਦੀ ਗਰਮੀ ਤਪ ਦਾ ਮੌਸਮ ਹੈ। ਆਪਾਂ ਤੋਂ ਖੜਿਆ ਨਹੀਂ ਜਾਂਦਾ, ਬਾਹਰ ਏਸੀ ਕੂਲਰਾਂ ਦਾ ਆਨੰਦ ਮਾਣਦੇ ਹਾਂ, ਬਚਾਅ ਕਰਦੇ ਹਾਂ ਗਰਮੀ ਤੋਂ, ਕਿਤੇ ਗਰਮੀ ਨਾ ਲੱਗ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਿਰ ਆਪਣੇ ਬਚਨਾਂ ਵਿੱਚ ਹਾੜ ਦੇ ਮਹੀਨੇ ਦੀ ਪਰਥਾਏ ਬਚਨ ਕਰਦੇ ਆ। ਕਹਿੰਦੇ ਜਿਵੇਂ ਹਾੜ ਦੇ ਮਹੀਨੇ ਦੀ ਗਰਮੀ ਤੋਂ ਬਚਣਾ ਬੜਾ ਮੁਸ਼ਕਿਲ ਹੁੰਦਾ ਹੈ, ਬਚਣ ਵਾਸਤੇ ਬੰਦਾ ਏਸੀ ਕੂਲਰਾਂ ਦਾ ਸਹਾਰਾ ਲੈਂਦਾ ਹੈ। ਉਹ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈਗਾ। ਕੋਈ ਠੰਡੇ ਪਾਣੀ ਨਾਲ ਇਸ਼ਨਾਨ ਕਰਦਾ ਹੈ, ਜਲ ਵਿੱਚ ਹੀ ਬੈਠਾ ਰਹਿੰਦਾ ਹੈ। ਕੋਈ ਕਿਵੇਂ ਭਾਵ ਗਰਮੀ ਨੂੰ ਸਹਿਣ ਕਰਨਾ ਬਹੁਤ ਔਖਾ ਹੈ। ਅਤੇ ਇਹ ਤੋਂ ਬਚਾਅ ਦੇ ਵਾਸਤੇ ਬੰਦਾ ਅਨੇਕਾਂ ਜਿਹੜੇ ਹੈ ਉਹ ਯਤਨ ਉਪਰਾਲੇ ਕਰਦਾ ਰਹਿੰਦਾ ਹੈ।
ਇਸੇ ਵਾਸਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਇੱਕ ਸਾਡੇ ਅੰਦਰ ਦੀ ਵੀ ਗਰਮੈਸ਼ ਹੈ, ਸਾਡੇ ਅੰਦਰ ਦੀ ਵੀ ਤਪਸ਼ ਹੈ। ਬਾਹਰੋਂ ਤਾਂ ਤਪਿਆ ਪਿਆ, ਇਹ ਤਾਂ ਏਸੀ ਕੂਲਰਾਂ ਨਾਲ ਵੀ ਠੰਡਾ ਕਰ ਲੇਗਾ, ਸਰੀਰ ਦਾ ਮੁੜਕਾ ਸੁੱਕ ਜਾਣਾ ਹੈ। ਪਰ ਜਿਹੜਾ ਦਿਨ ਰਾਤ ਅੰਦਰ ਤਪਿਆ ਰਹਿਣਾ ਵੀ ਫਿਰ ਇਹਨੂੰ ਕਿੱਥੋਂ ਠੰਡ ਦੇਂਗਾ। ਹਿਰਦਾ ਤਪਿਆ ਪਿਆ, ਉਹ ਤਾਂ ਸਰਦੀਆਂ ਦੇ ਦਿਨਾਂ 'ਚ ਵੀ ਤਪਿਆ ਰਹਿੰਦਾ, ਗਰਮੀ 'ਚ ਤਾਂ ਤਪਣਾ ਹੀ ਤਪਣਾ। ਸਿਆਲ ਦੇ ਦਿਨ ਹੋਣ, ਬਾਹਰੋਂ ਠੰਡ ਲੱਗਦੀ ਹੈ, ਡਬਲ ਡਬਲ ਕੱਪੜੇ ਪਾਇਆ, ਪਰ ਅੰਦਰੋਂ ਤਪੀ ਜਾਂਦਾ ਹੈ। ਸਤਿਗੁਰੂ ਮਹਾਰਾਜ ਹਿਰਦੇ ਵਿੱਚ ਠੰਡ ਵਰਤਾਉਣ ਦੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਭਾਈ ਆਸਾੜ ਤਪਨ ਦਾ ਤਿਸ ਲੱਗੈ। ਕਹਿੰਦੇ ਇਹ ਜਿਹੜਾ ਹਾੜ ਦਾ ਮਹੀਨਾ ਹੈ ਨਾ, ਉਹਨਾਂ ਵਾਸਤੇ ਤਪਸ਼ ਭਰਿਆ ਲੱਗਦਾ ਹੈ। ਹਰ ਨਾ ਹੋ ਨਾ ਜਿਨਾ ਪਾਸ। ਕਹਿੰਦੇ ਜਿਨ੍ਹਾਂ ਦੇ ਕੋਲੇ ਵਾਹਿਗੁਰੂ ਥੋੜ੍ਹਾ ਮਾਤਰ ਵੀ ਹੈ ਨਹੀਂ, ਜਿਨ੍ਹਾਂ ਕੋਲੇ ਰੱਬ ਦਾ ਨਾਂ ਹੀ ਹੈ ਨਹੀਂ ਨਾ, ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਵਾਸਤੇ ਇਹ ਹਾੜ ਦਾ ਮਹੀਨਾ ਤਪਸ਼ ਭਰਿਆ ਹੁੰਦਾ ਭਾਈ। ਉਹ ਤੜਫਦੇ ਰਹਿੰਦੇ ਆ। ਤੜਫਣਾ ਦਾ ਕਾਰਨ ਕੀ ਹੈ? ਉਹ ਸਤਿਗੁਰੂ ਮਹਾਰਾਜ ਅਗਲੇ ਬਚਨ 'ਚ ਦੱਸਦੇ ਆ, ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ। ਸਾਡੀ ਤੜਫਣਾ ਦਾ, ਸਾਡੇ ਦੁੱਖਾਂ ਦਾ ਕਾਰਨ ਕੀ ਹੈ? ਸਵਾਲ ਕਰਦੇ ਆ, ਪੁੱਛਦੇ ਆ ਦੁਖੀ ਕਿਉਂ ਹੈ, ਪਤਾ ਹੀ ਨਹੀਂ ਲੱਗਦਾ ਹੈਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇੱਕ ਨਹੀਂ ਅਨੇਕਾਂ ਬਚਨਾਂ 'ਚ ਦੱਸਿਆ ਵੀ ਤੇਰੀ ਤੜਫਣਾ ਦਾ ਕਾਰਨ, ਤੇਰੇ ਦੁੱਖਾਂ ਦਾ ਕਾਰਨ ਹੈ ਜਗਤ ਦਾ ਜੀਵਨ ਦੇਣ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਆਪ ਅਕਾਲ ਪੁਰਖ। ਜਗ ਜੀਵਨ ਜਿਹੜਾ ਸਾਰੇ ਸੰਸਾਰ ਦੀ ਜਿੰਦ ਜਾਨ ਹੈ, ਜਿਹੜਾ ਕਣ ਕਣ ਵਿੱਚ ਵਸਿਆ ਹੈ ਨਾ, ਜਗ ਜੀਵਨ ਉਸੇ ਨੂੰ ਕਹਿੰਦੇ ਆ, ਜਗਤ ਨੂੰ ਜੀਵਨ ਦੇਣ ਵਾਲਾ। ਆ ਸਾਰਾ ਸੰਸਾਰ, ਸਾਰੀ ਦੁਨੀਆ ਉਸੇ ਵਾਹਿਗੁਰੂ ਦੀ ਬਣਾਈ ਹੋਈ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਉਹਦੀ ਇੱਕ ਕਿਰਪਾ ਦੇ ਨਾਲ ਹੀ ਸਾਰਾ ਕੁਝ ਬਣ ਗਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਉਹ ਆਪ ਵਾਹਿਗੁਰੂ ਪਰਮੇਸ਼ਰ ਹੈ। ਕੋਈ ਉਹਨੂੰ ਰਾਮ ਕਹਿ ਦਿੰਦਾ ਹੈ, ਕੋਈ ਉਹਨੂੰ ਖੁਦਾ ਕਹਿ ਦਿੰਦਾ ਹੈ, ਰੱਬ ਕਹਿੰਦੇ ਆ, ਵਾਹਿਗੁਰੂ ਕਹਿੰਦੇ। ਅਨੇਕਾਂ ਹੀ ਨਾਮ ਨੇ ਪਿਆਰੇ, ਕਿਹੜਾ ਇੱਕ ਨਾਮ ਹੈ ਉਹਦਾ? ਜਿਹਨੇ ਵੇਖ ਲਿਆ ਵੀ ਉਹ ਸਾਰਿਆਂ 'ਤੇ ਦਇਆ ਕਰਦਾ, ਉਹ ਕਹਿੰਦੇ ਉਹ ਦਿਆਲੂ ਹੈ। ਜਿਹਨੇ ਵੇਖ ਲਿਆ ਸਾਰਾ ਕੁਝ ਉਸੇ ਦੀ ਕਿਰਪਾ ਨਾਲ ਚੱਲਦਾ, ਉਹ ਕਿਰਪਾਲੂ ਹੈ। ਜਿਹਨੇ ਵੇਖਿਆ ਵੀ ਇਹ ਧਰਤੀ ਨੂੰ ਪਾਲ ਰਿਹਾ, ਉਹੀ ਪਾਲਦਾ ਧਰਤੀ ਨੂੰ, ਉਹਨੇ ਗੋਬਿੰਦ ਕਹਿ ਦਿੱਤਾ। ਗੋਬਿੰਦ ਵੀ ਵਾਹਿਗੁਰੂ ਦਾ ਨਾਮ ਹੀ ਹੈ। ਗੋ ਦਾ ਅਰਥ ਹੁੰਦਾ ਹੈ ਧਰਤੀ, ਅਤੇ ਬਿੰਦ ਦਾ ਅਰਥ ਹੁੰਦਾ ਪਾਲਣਾ ਕਰਨ ਵਾਲਾ। ਕਿਸੇ ਨੇ ਕਹਿ ਦਿੱਤਾ ਗੋਪਾਲ ਤੇਰਾ ਆਰਤਾ, ਜਿਵੇਂ ਭਗਤ ਧੰਨਾ ਜੀ ਨੇ ਕਿਹਾ। ਹੁਣ ਗੋਪਾਲ ਕਿਹਨੂੰ ਕਿਹਾ ਇੱਥੇ? ਗੋ ਦਾ ਅਰਥ ਹੁੰਦਾ ਧਰਤੀ, ਅਤੇ ਪਾਲ ਦਾ ਅਰਥ ਹੁੰਦਾ ਪਾਲਣਾ ਕਰਨ ਵਾਲਾ। ਵਾਹਿਗੁਰੂ ਨਹੀਂ ਕਹਿ ਰਹੇ ਨੇ, ਪਰਮੇਸ਼ਰ ਨੂੰ ਹੀ ਕਹਿ ਰਹੇ ਨੇ। ਉਸ ਭਗਵਾਨ ਨੂੰ ਹੀ ਕਿਹਾ ਜਾ ਰਿਹਾ, ਵਾਹਿਗੁਰੂ ਜੀ ਤੂੰ ਹੀ ਹੈ ਸਾਰੇ ਜੀਵਾਂ ਦਾ ਆਸਰਾ। ਅਤੇ ਇੱਥੇ ਵੀ ਫਿਰ ਮਹਾਰਾਜ ਉਹੀ ਬਚਨ ਕਹਿੰਦੇ, ਕਹਿੰਦੇ ਜਗਤ ਦਾ ਜੀਵਨ ਦੇਣ ਵਾਲਾ, ਸੰਸਾਰ ਨੂੰ ਉਹੀ ਜੀਵਨ ਦੇ ਰਿਹਾ। ਸਵਾਸ ਲੈਂਦੇ ਆ, ਸਭ ਉਸੇ ਦੀ ਕਿਰਪਾ ਹੈ। ਤੁਰਿਆ ਫਿਰਦਾ, ਆਕਲ ਮਿਲੀ ਹੋਈ ਹੈ, ਇਹ ਵੀ ਉਸੇ ਦੀ ਕਿਰਪਾ ਹੈ। ਫਿਰ ਤੇ ਤੂੰ ਦੁਖੀ ਕਿਉਂ ਹੈ? ਦੁੱਖਾਂ ਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਨੂੰ ਜਗਤ ਦੇਣ ਵਾਲਾ ਹੈ, ਤੈਂ ਉਹਨੂੰ ਵਿਸਾਰ ਦਿੱਤਾ, ਤੂੰ ਉਹਨੂੰ ਭੁਲਾ ਦਿੱਤਾ, ਇਹੋ ਹੀ ਤੇਰੇ ਦੁੱਖਾਂ ਦਾ ਕਾਰਨ ਹੈ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਕਹਿੰਦੇ ਉਹਦੇ ਬਣਾਏ ਹੋਏ, ਉਹਦੇ ਪੈਦਾ ਕੀਤੇ ਹੋਏ ਮਨੁੱਖਾਂ 'ਤੇ ਤਾਂ ਉਮੀਦਾਂ ਲਾਈ ਬੈਠਾ ਹੈ, ਉਹਦੇ ਭੇਜੇ ਹੋਏ ਮਨੁੱਖਾਂ 'ਤੇ ਤਾਂ ਆਸਰਾ ਲਾ ਲਿਆ, ਪਰ ਜਿਹਨੇ ਭੇਜਿਆ ਉਹਦਾ ਨਾਮ ਹੀ ਚੇਤੇ ਹੈ ਨਹੀਂ ਗਾ। ਅਸੀਂ ਬੰਦਿਆਂ 'ਤੇ ਭਰੋਸਾ ਕਰਦੇ ਹਾਂ, ਫਲਾਣਾ ਸਿਉਂ ਧਿਮਕਾ ਸਿਉਂ, ਸਾਡਾ ਰੱਬ 'ਤੇ ਵਿਸ਼ਵਾਸ ਨਹੀਂ ਹੈਗਾ। ਜੇ ਸਿੱਧਾ ਹੀ ਵਾਹਿਗੁਰੂ 'ਤੇ ਭਰੋਸਾ ਹੋਵੇ, ਕੰਮ ਤੇ ਉਹਨੇ ਵੀ ਮਨੁੱਖਾਂ ਵਿੱਚ ਆ ਕੇ ਸਵਾਰਨੇ ਨੇ। ਬਾਣੀ ਕਹਿੰਦੀ ਹੈ ਜੇ ਵਾਹਿਗੁਰੂ 'ਤੇ ਵਿਸ਼ਵਾਸ ਹੋਵੇ, ਹਰ ਇੱਕ ਤੇਰਾ ਹੋ ਸਕਦਾ, ਕਿਉਂ ਸਾਰਿਆਂ 'ਚ ਹੀ ਵਾਹਿਗੁਰੂ ਦੀ ਜੋਤ ਹੈ, ਫਰਕ ਤਾਂ ਹੈ ਹੀ ਨਹੀਂ ਕੋਈ। ਪਰ ਜੇ ਰੱਬ ਨੂੰ ਭੁਲਾ ਕੇ ਤੂੰ ਸਾਰਿਆਂ ਨੂੰ ਚੇਤੇ ਰੱਖੇਂਗਾ, ਫਿਰ ਮਹਾਰਾਜ ਕਹਿੰਦੇ ਭਾਵੇਂ ਸਾਰੀ ਦੁਨੀਆ ਦਾ ਹੋਣ ਦੀ ਕੋਸ਼ਿਸ਼ ਕਰ ਲੈ, ਤੂੰ ਸਾਰੀ ਜ਼ਿੰਦਗੀ ਲੰਘਾ ਦੇਂਗਾ ਦੁਨੀਆ ਦਾ ਹੋਣ ਵਾਸਤੇ, ਦੁਨੀਆ ਨੇ ਤੇਰਾ ਨਹੀਂ ਬਣਨਾ। ਕਿਉਂ? ਜਿਹਦੀ ਬਣਾਈ ਹੋਈ ਦੁਨੀਆ ਤੂੰ ਉਹਨੂੰ ਭੁਲਾਈ ਬੈਠਾ।
ਦੇਖੋ ਗੁਰਮੁਖੋ, ਆਪਾਂ ਸੰਸਾਰ ਨਾਲ ਜ਼ਿਆਦਾ ਸੰਬੰਧ ਰੱਖਦੇ ਹਾਂ, ਦੁਨੀਆ ਨਾਲ ਜ਼ਿਆਦਾ ਲਾਉਣ ਦੀ ਤੇ ਨਿਭਾਉਣ ਦੀ ਗੱਲ ਕਰਦੇ ਹਾਂ। ਦੁਨੀਆ ਨਾਲ ਸਾਰੀ ਜ਼ਿੰਦਗੀ ਲੰਘਾ ਲੈਂਦੇ ਹਾਂ, 40 50 60 70 ਸਾਲ, ਪਰ ਸਾਥੋਂ ਦੁਨੀਆ ਨਹੀਂ ਜਿੱਤੀ ਜਾਂਦੀ ਹੈਗੀ, ਸੰਸਾਰ ਨਹੀਂ ਜਿੱਤਿਆ ਜਾਂਦਾ। ਅਸੀਂ ਲੋਕਾਂ 'ਚ ਫਿਰ ਵੀ ਵਡਿਆਈ ਨਹੀਂ ਲੈ ਸਕਦੇ। ਥੋੜ੍ਹਾ ਥੋੜ੍ਹਾ ਬਸ ਕਿਸੇ ਇਲਾਕੇ ਏਰੀਏ 'ਚ ਬੰਦੇ ਦਾ ਨਾਮ ਹੁੰਦਾ ਹੋਊ, ਥੋੜ੍ਹਾ ਕਣਾ ਸਮਾਂ ਰਹਿੰਦਾ, ਬਸ ਠੀਕ ਹੈ, ਭੁੱਲ ਜਾਂਦੇ ਆ। ਪਰ ਇੱਕ ਰੱਬ ਦੀ ਬੰਦਗੀ ਕਰਨ ਵਾਲਾ ਹੈ, ਭਗਤ ਹੈ, ਪਰਮੇਸ਼ਰ ਦਾ ਪਿਆਰਾ ਹੈ, ਉਹਨੇ ਸਾਡੇ ਵਾਂਗੂ ਕੀਤਾ ਹੀ ਹੈ ਨਹੀਂ ਗਾ ਵੀ ਉਹ ਦੁਨੀਆ 'ਚ ਜਾਵੇ, ਲੋਕਾਂ ਦੇ ਵਿੱਚ ਵੇਖੇ ਜਾਂ ਲੋਕਾਂ ਤੋਂ ਵਡਿਆਈ ਲਵੇ। ਜਿੰਨਾ ਤਰਲੋ ਮੱਛੀ ਅਸੀਂ ਹੁੰਦੇ ਹਾਂ ਨਾ ਜ਼ਿੰਦਗੀ 'ਚ, ਰੱਬ ਦਾ ਭਗਤ ਨਹੀਂ ਹੁੰਦਾ ਸੰਸਾਰ ਦੇ ਕਾਰ ਵਿਹਾਰ ਵਾਸਤੇ। ਉਹ ਤਾਂ ਬੰਦਗੀ ਵੀ ਕਰਦਾ, ਉਹ ਤਾਂ ਬਸ ਉਹਦਾ ਨਾਂ ਵੀ ਆਸਰਾ ਉਹਦਾ। ਪਰ ਇੱਕ ਬੰਦਗੀ ਭਗਤੀ ਦੇ ਆਸਰੇ 'ਤੇ ਹੀ ਤੁਸੀਂ ਅੰਦਾਜ਼ਾ ਲਾ ਲਓ ਗੁਰਮੁਖ ਪਿਆਰਿਓ, ਕਿੱਡੀ ਤਾਕਤ ਦਾ ਮਾਲਕ ਹੈ ਬਈ। ਉਹ ਇੱਕ ਰੱਬ ਦੀ ਭਗਤੀ ਕਰਨ ਵਾਲੇ ਨੂੰ ਉਹਨੇ ਨਾ ਸਾਡੇ ਵਾਂਗੂ ਦੁਨੀਆਦਾਰੀ 'ਚ ਕੋਈ ਰਿਸ਼ਤਾ ਨਿਭਾਇਆ, ਉਹਨੇ ਤਾਂ ਬੰਦਗੀ ਕੀਤੀ ਹੈ, ਬਸ ਪਰਵਾਹ ਹੀ ਨਹੀਂ ਕੀਤੀ ਸੰਸਾਰ ਦੇ ਲੋਕਾਂ ਦੀ। ਸਾਰੀ ਦੁਨੀਆ ਉਹਨਾਂ ਨੂੰ ਪੂਜਦੀ ਹੈ ਪਿਆਰਿਓ, ਸਾਰਾ ਸੰਸਾਰ। ਕਹਿੰਦੇ ਜਿਵੇਂ ਰੱਬ ਦਾ ਨਾਮ ਰਹਿੰਦਾ ਨਾ, ਹਮੇਸ਼ਾ ਉਹਦੇ ਪਿਆਰਿਆਂ ਦਾ ਨਾਮ ਵੀ ਇਸੇ ਤਰ੍ਹਾਂ ਰਹਿੰਦਾ। ਲੈ ਉਹਨਾਂ ਨੇ ਬੰਦਗੀ ਕੀਤੀ, ਭਗਤੀ ਕੀਤੀ, ਅਸੀਂ ਸਾਰੀ ਉਮਰ ਲੰਘਾ ਦਿੱਤੀ, ਦੁਨੀਆ ਦਾ ਪੈਸਾ ਦੌਲਤ ਇਕੱਠਾ ਕਰਨ ਲੱਗੇ, ਨਾ ਪੈਸਾ ਹੱਥ ਲੱਗਿਆ, ਨਾ ਸਵਾਸ ਲੱਗੇ, ਨਾ ਰੱਬ ਦੀ ਬਖਸ਼ਿਸ਼ ਲੈ ਸਕੇ। ਤੂੰ ਤਾਂ ਐਵੇਂ ਹੀ ਗਵਾ ਕੇ ਤੁਰ ਗਿਆ। ਚੱਲੇ ਜੁਆਰੀ ਦੋਏ ਹੱਥ ਝਾਰ। ਜਿਵੇਂ ਜੁਆਰੀ ਕਹਿੰਦੇ ਜੂਏ 'ਚ ਹਾਰ ਕੇ ਤੁਰ ਜਾਂਦਾ ਨਾ, ਬਾਹਲੇ ਜਿਹੜੇ ਆਪਣੇ ਆਪ ਨੂੰ ਚਤੁਰ ਚਲਾਕ ਕਹਾਉਂਦੇ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹ ਇਸੇ ਤਰ੍ਹਾਂ ਹਾਰ ਕੇ ਤੁਰ ਜਾਂਦੇ। ਨਾ ਤਾਂ ਦੁਨੀਆ ਦੇ ਹੀ ਬਣ ਸਕਦੇ ਹੈ ਤੇ ਨਾ ਹੀ ਰੱਬ ਦੇ ਬਣ ਕੇ ਰਹੇ, ਦੋਵਾਂ ਪਾਸਿਆਂ ਤੋਂ ਹਾਰ ਕੇ ਤੁਰ ਗਏ। ਪਰ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਹੈ, ਵਾਹਿਗੁਰੂ ਦੇ ਗੁਣ ਗਾਉਂਦੇ ਹੈ, ਨਾਲ ਨਾਲ ਦੁਨੀਆ 'ਚ ਵਿਚਰੀ ਜਾਂਦੇ ਹੈ, ਮਹਾਰਾਜ ਕਹਿੰਦੇ ਦੋਏ ਪਾਸੇ ਜੀਵਨ ਜਿੱਤ ਕੇ ਤੁਰ ਜਾਂਦੇ ਆ। ਰੱਬ ਦੇ ਭਗਤਾਂ ਦਾ ਜੀਵਨ ਵੇਖੋ ਪਿਆਰਿਓ, ਰਹਿੰਦੀ ਦੁਨੀਆ ਤੱਕ ਸੰਸਾਰ ਯਾਦ ਕਰਦਾ। ਉਹਨਾਂ ਸਾਡੇ ਵਾਂਗੂ ਨਹੀਂ ਨਾਮ ਬਣਾਉਣ ਦੀ ਕੋਸ਼ਿਸ਼ ਕੀਤੀ, ਮਾਇਆ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ। ਸਤਿਗੁਰੂ ਕਹਿੰਦੇ ਤੇਰੇ ਦੁੱਖਾਂ ਦਾ ਕਾਰਨ ਹੈ ਜਗ ਜੀਵਨ ਪੁਰਖ ਤਿਆਗ ਕਹਿ, ਮਾਨਸ ਸੰਧੀ ਆਸ। ਤੂੰ ਮਨੁੱਖ ਤੇ ਆਸ ਰੱਖੀ ਹੋਈ ਹੈ, ਜੇ ਤੇਰਾ ਆਸਰਾ ਵਾਹਿਗੁਰੂ ਪਰਮੇਸ਼ਰ ਤੇ ਹੋ ਜਾਏ, ਜੇ ਤੂੰ ਆਪਣਾ ਆਸਰਾ ਭਗਵਾਨ ਤੇ ਰੱਖੇ, ਅਕਾਲ ਪੁਰਖ ਵਾਹਿਗੁਰੂ ਤੇ ਰੱਖੇ, ਤਾਂ ਉਹਨੇ ਸਾਰੇ ਹੀ ਕਾਰਜ ਸਵਾਰ ਦੇਣੇ। ਸਤਿਗੁਰੂ ਮਹਾਰਾਜ ਕਹਿੰਦੇ ਬਸ ਫਿਰ ਜਿਹੜੀ ਹੋਰਾਂ ਦੀ ਪ੍ਰੀਤ ਹੁੰਦੀ ਹੈ ਨਾ, ਜਿਹੜਾ ਦੂਜੇ ਪਾਸੇ ਭੱਜਿਆ ਫਿਰਦਾ ਹੈ, ਦੋਏ ਭਾਏ ਬੇਗੋਚੀ ਹੈ, ਗਲ ਪਈਸ ਜਮ ਕੀ ਫਾਸ। ਕਹਿੰਦੇ ਭਾਈ ਬਰਬਾਦ ਹੋ ਜਾਂਦਾ ਬੰਦਾ ਜਿਹੜਾ ਦੂਜੇ ਦੀ ਪ੍ਰੀਤ 'ਚ ਡੁੱਬ ਜਾਏ। ਦੋਏ ਭਾਏ ਬੇਗੁਚੀ ਹੈ, ਗਲ ਪਈਸ ਜਮ ਕੀ ਫਾਸ। ਇਤਨੇ ਨੂੰ ਮੌਤ ਦੀ ਫਾਹੀ ਗਲ ਪੈ ਜਾਂਦੀ ਹੈ, ਬਸ ਫਿਰ ਪਤਾ ਹੀ ਨਹੀਂ ਲੱਗਦਾ ਵੀ ਜ਼ਿੰਦਗੀ ਕਦੋਂ ਤੇ ਕਿਵੇਂ ਲੰਘ ਗਈ ਹੈ। ਬੰਦਗੀ ਤਾਂ ਕੀਤੀ ਹੋਈ ਨਹੀਂ। ਇਹ ਸਰੀਰਾ ਮੇਰੇ ਇਸ ਜੱਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਬਈ ਕੀ ਕੀਤਾ ਦੁਨੀਆ 'ਚ ਆ ਕੇ ਤੈਂ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ। ਜਿਹੜੇ ਵਾਹਿਗੁਰੂ ਨੇ ਤੈਨੂੰ ਰਚਿਆ ਸੀ, ਤੂੰ ਕਦੇ ਸੋਚਿਆ ਕਰ ਵੀ ਤੂੰ ਆਪਦੀ ਮਰਜ਼ੀ ਨਾਲ ਥੋੜ੍ਹੇ ਆਇਆ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਜਨਮ ਤੇ ਜ਼ੋਰ ਚੱਲਦਾ, ਨਾ ਮੌਤ ਤੇ ਚੱਲਦਾ। ਜਨਮ ਵੀ ਤੇਰੀ ਮਰਜ਼ੀ ਨਾਲ ਨਹੀਂ ਹੋਇਆ, ਮੌਤ ਵੀ ਤੇਰੀ ਮਰਜ਼ੀ ਨਾਲ ਨਹੀਂ ਹੋਏਗੀ। ਜਨਮ ਹੋਇਆ ਵਾਹਿਗੁਰੂ ਦੀ ਕਿਰਪਾ ਸੀ, ਉਹਨੇ ਤਰਸ ਕੀਤਾ, ਤੈਨੂੰ ਮਾਂ ਦੇ ਗਰਭ ਵਿੱਚ ਨਿਵਾਸ ਦੇ ਦਿੱਤਾ, ਤੈਨੂੰ ਦੁਨੀਆ ਵੇਖਣ ਦਾ ਹੁਕਮ ਦੇ ਦਿੱਤਾ, ਤਾਂ ਹੀ ਸੰਸਾਰ ਵੇਖ ਰਿਹਾ। ਨਹੀਂ ਤਾਂ ਸਾਹਿਬ ਕਹਿੰਦੇ ਕਈ ਜਨਮ ਬੰਦਾ ਗਰਭ ਵਿੱਚ ਵੀ ਗਲ ਜਾਂਦਾ ਹੁੰਦਾ, ਗਰਭ 'ਚ ਗਲਦਾ ਹੁੰਦਾ ਬੱਚਾ। ਪਿਆਰਿਓ ਆਪਾਂ ਵੇਖਦੇ ਹੁੰਦੇ ਹਾਂ, ਕਹਿੰਦੇ ਹਾਂ ਬੱਚਾ ਜਨਮ ਤੋਂ ਪਹਿਲਾਂ ਹੀ ਮੌਤ ਹੋ ਗਈ। 3 ਮਹੀਨਿਆਂ ਦਾ ਬੱਚਾ, 4 ਮਹੀਨਿਆਂ ਦਾ ਬੱਚਾ, ਲੈ ਅਜੇ ਪੂਰਾ ਸਰੀਰ ਬਣਿਆ ਵੀ ਹੈ ਨਹੀਂ, ਮੌਤ ਹੋ ਗਈ, ਆਪਰੇਸ਼ਨ ਹੋ ਗਿਆ, ਕੋਈ ਬਿਮਾਰੀ ਹੋ ਗਈ ਜਾਂ ਕੋਈ ਵੀ ਕਾਰਨ ਬਣ ਗਿਆ। ਸਾਡੇ ਲੋਕਾਂ ਲਈ ਇੱਕ ਬਹਾਨਾ ਹੋ ਜਾਂਦਾ
ਪਰ ਜੇ ਵਿਚਾਰ ਕੇ ਦੇਖੋ ਨਾ ਬਈ ਮਨਾਂ ਲੈ ਸੰਸਾਰ ਵੇਖਣ ਦਾ ਹੁਕਮ ਹੀ ਨਹੀਂ ਮਿਲਿਆ, ਉਹਨੂੰ ਗਰਭ 'ਚ ਹੀ ਗਲ ਗਿਆ। ਅਸੀਂ ਵੀ ਕਦੇ ਉਹਦੇ ਵਾਂਗੂ ਉਹ ਬੱਚੇ ਦੀ ਤਰ੍ਹਾਂ ਮਾਂ ਦੇ ਗਰਭ ਵਿੱਚ ਸਾਡਾ ਵੀ ਕਦੇ ਨਿਵਾਸ ਹੋਇਆ ਸੀ। ਸਾਡੇ ਤੇ ਵਾਹਿਗੁਰੂ ਦੀ ਪੂਰਨ ਦਇਆ ਸੀ, ਤਰਸ ਤੀ ਸਾਡੇ ਤੇ ਅਕਾਲ ਪੁਰਖ ਵਾਹਿਗੁਰੂ ਦਾ। ਇਸੇ ਕਰਕੇ 9 ਮਹੀਨੇ ਸਾਨੂੰ ਉੱਥੇ ਤੱਤੀ ਵਾਰ ਨਹੀਂ ਲੱਗੀ ਤੇ ਦੁਨੀਆ 'ਚ ਆ ਕੇ ਵੀ ਸਾਡਾ ਪਾਲਣ ਪੋਸ਼ਣ ਕੀਤਾ। ਅੱਜ 30 ਸਾਲ 40 50 ਸਾਲ ਦਾ ਤੂੰ ਹੋ ਗਿਆ, ਇਹ ਆਪਦੀ ਮਰਜ਼ੀ ਨਾਲ ਨਹੀਂ ਜਿਉਂ ਰਿਹਾ, ਇਹ ਤੇਰੇ ਤੇ ਵਾਹਿਗੁਰੂ ਦੀ ਕਿਰਪਾ, ਤਾਂ ਹੀ ਸਵਾਸ ਲਈ ਜਾਂਦਾ, ਤਾਂ ਹੀ ਦਿਨ ਕੱਟੀ ਜਾਂਦਾ। ਜਿੱਦਣ ਉਹਦਾ ਹੁਕਮ ਆ ਗਿਆ ਨਾ, ਭਾਵੇਂ ਜਿੱਡੇ ਹੀ ਮਰਜ਼ੀ ਯਤਨ ਕਰ ਲਈ, ਜਿੱਥੇ ਮਰਜ਼ੀ ਲੁਕ ਲਈ ਛਿਪ ਲਈ, ਉਹਨੇ ਲੁਕਣ ਨਹੀਂ ਦੇਣਾ, ਕਿਤੇ ਸਾਰੇ ਦਰਵਾਜ਼ੇ ਭੰਨ ਦੇਣੇ ਆ। ਇਹ ਤਾਂ ਉਸੇ ਦਾ ਹੁਕਮ ਹੈ। ਕਿਤੇ ਐਵੇਂ ਹੰਕਾਰ ਕਰੀ ਜਾਏ ਵੀ ਮੈਂ ਸਰੀਰ ਨੂੰ ਸਾਂਭ ਕੇ ਰੱਖਦਾ ਖਾਮਣੇ ਤਾਂ ਹੀ ਤੰਦਰੁਸਤ ਹੈ, ਮੈਂ ਬਾਹਲਾ ਖਾਂਦਾ ਪੀਂਦਾ ਨਹੀਂ, ਮੈਂ ਬਾਹਲਾ ਇੱਦਾਂ ਨਹੀਂ ਕਰਦਾ, ਉੱਥੇ ਨਹੀਂ ਜਾਂਦਾ। ਨਹੀਂ ਨਹੀਂ, ਜਦੋਂ ਹੁਕਮ ਆ ਗਿਆ ਜਿੱਥੇ ਮਰਜ਼ੀ ਤੁਰਿਆ ਫਿਰੀ। ਵੱਡੇ ਵੱਡੇ ਕਹਿੰਦੇ ਕਹਾਉਂਦਿਆਂ ਨੂੰ ਵੀ ਫਿਰ ਲੈ ਜਾਂਦਾ। ਪਿਆਰਿਓ, ਇਹੋ ਜਿਹੇ ਸਰੀਰ ਵੀ ਅਸੀਂ ਵੇਖੇ। ਕਈ ਲੋਕ ਭਰਮ ਕਰਦੇ ਹੁੰਦੇ ਆ, ਸਾਡੇ ਇੱਕ ਸੀਗਾ ਸਰੀਰ ਇਹੋ ਜਿਹਾ, ਕਹਿੰਦੇ ਉਹ ਜੇ ਕਿਤੇ ਮਾੜਾ ਮੋਟਾ ਸਿਰ ਵੀ ਦੁਖਣ ਲੱਗ ਜਾਂਦਾ, ਉਹ ਸਾਰੇ ਸਰੀਰ ਦੇ ਟੈਸਟ ਕਰਾ ਲੈਂਦਾ ਸੀ। ਉਹ ਹਫ਼ਤੇ 2 ਹਫ਼ਤਿਆਂ ਬਾਅਦ ਤਾਂ ਨਾ ਸਾਰੇ ਸਰੀਰ ਦੇ ਟੈਸਟ ਕਰਾਉਂਦਾ ਸੀ ਵੀ ਕਿਤੇ ਕੋਈ ਸੂਖਮ ਤੋਂ ਸੂਖਮ ਬਿਮਾਰੀ ਵੀ ਨਾ ਮੇਰੇ ਸਰੀਰ ਵਿੱਚ ਆ ਜੇ ਆਵੇ ਤਾਂ ਮੈਨੂੰ ਪਤਾ ਲੱਗ ਜੇ, ਮੈਂ ਇਲਾਜ ਕਰਾ ਲਾਂ। ਕਿਉਂ ਤਕੜਾ ਸੀਗਾ, ਪੈਸੇ ਲਾਈ ਜਾਂਦਾ ਸੀਗਾ। ਜਿਸ ਦਿਨ ਮੌਤ ਆਈ, ਕਹਿੰਦੇ ਇਸ਼ਨਾਨ ਕਰਕੇ ਬਾਹਰ ਹੀ ਆਉਂਦਾ ਸੀ, ਉੱਥੇ ਹੀ ਡਿੱਗ ਪਿਆ, ਅਟੈਕ ਹੋ ਗਿਆ ਤੇ ਚਲੋ ਭਾਈ ਰੌਲਾ ਹੀ ਪੈ ਗਿਆ ਵੀ ਫਲਾਣਾ ਸਿੰਘ ਚੜ੍ਹਾਈ ਕਰ ਗਿਆ। ਬਈ ਉਹ ਬੰਦਾ ਜਿਹੜਾ ਆਪਦੇ ਸਰੀਰ ਦਾ ਜਦੇ ਟੈਸਟ ਕਰਾਉਂਦਾ ਸੀ, ਜੇ ਕਿਤੇ ਸਿਰ ਵੀ ਪੀੜ ਕਰਨ ਲੱਗ ਜਾਂਦਾ, ਉਹਨੇ ਸੋਚਿਆ ਹੀ ਹੈ ਨਹੀਂ ਸੀ ਵੀ ਇਸੇ ਤਰ੍ਹਾਂ ਹੀ ਮੈਨੂੰ ਹੁਕਮ ਆ ਜਾਣਾ। ਇਹ ਤਾਂ ਫਿਰ ਰਿਪੋਰਟਾਂ ਤੋਂ ਵੀ ਬਾਹਰ ਦੀਆਂ ਗੱਲਾਂ ਨੇ, ਚੇਤੇ 'ਚ ਰੱਖਿਓ। ਵਾਹਿਗੁਰੂ ਦੀ ਕਿਰਪਾ ਹੋਵੇ ਫਿਰ ਕਿੰਨਾ ਹੀ ਸਮਾਂ ਸੁੱਖ ਮਾਣੀ ਜਾ, ਜੇ ਉਹਦੀ ਕਿਰਪਾ ਨਹੀਂ, ਉਹਦਾ ਹੁਕਮ ਨਹੀਂ ਹੈਗਾ, ਫਿਰ ਨਹੀਂ ਸੁੱਖ ਮਿਲਦਾ ਹੈਗਾ। ਤਾਂ ਹੀ ਤਾਂ ਇੱਥੇ ਮਹਾਰਾਜ ਕਹਿੰਦੇ ਵੀ ਤੇਰੇ ਦੁੱਖਾਂ ਦਾ ਕਾਰਨ ਰੱਬ ਨੂੰ ਭੁੱਲਣਾ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਰੱਬ ਭੁੱਲ ਗਏ ਤਾਂ ਹੀ ਸਾਰੇ ਰੋਗ ਦੁੱਖ ਤੈਨੂੰ ਆ ਕੇ ਚਿੰਬੜ ਗਏ। ਜਗਤ ਦੇ ਜੀਵਨ ਵਾਹਿਗੁਰੂ ਨੂੰ ਵਿਸਾਰ ਦਿੱਤਾ ਤਾਂ ਹੀ ਦੁਖੀ ਤੇ ਰੋਗੀ ਹੋ ਗਏ। ਮਹਾਰਾਜ ਕਹਿੰਦੇ ਦੋਇ ਭਾਏ ਬੇਗੁਚੀਐ, ਗਲ ਪਈ ਸਜਮ ਕੀ ਫਾਸ। ਜਦੋਂ ਹੋਰਾਂ ਦੀ ਦੁਨੀਆ ਦੀ ਲੋਕਾਂ ਦੀ ਪ੍ਰੀਤ ਦੇ ਵਿੱਚ ਤੂੰ ਡੁੱਬ ਗਿਆ ਨਾ, ਹੋਰਸ ਪ੍ਰੀਤ, ਦੋਇ ਭਾਏ ਦਾ ਅਰਥ ਹੁੰਦਾ ਦੂਜਿਆਂ ਦੇ ਪਿਆਰ ਵਿੱਚ। ਪਹਿਲਾਂ ਤਾਂ ਭੁੱਲ ਗਿਆ ਤੈਨੂੰ, 9 ਮਹੀਨੇ ਮਾਂ ਦੇ ਗਰਭ ਵਿੱਚ ਤਾਂ ਵਾਹਿਗੁਰੂ ਚੇਤੇ ਹੈਗਾ ਸੀ, ਪਰ ਜਦੋਂ ਦੁਨੀਆ 'ਚ ਆ ਗਿਆ ਸਾਰਾ ਕੁਝ ਭੁੱਲ ਗਿਆ। ਉੱਥੇ ਤੇ ਕਹਿੰਦਾ ਸੀ ਮੈਂ ਤੇਰੀ ਬੰਦਗੀ ਕਰੂੰ, ਭਗਤੀ ਕਰੂੰ, ਮੈਨੂੰ ਇਹ ਕੁੰਭੀ ਨਰਕ 'ਚੋਂ ਕੱਢ ਦਿਓ। ਕਹਿੰਦੇ ਜਦੋਂ ਦੁਨੀਆ ਵਿੱਚ ਆ ਗਿਆ, ਖਾਸਮ ਵਿਸਾਰ ਦੁਨੀ ਚਿੱਤ ਲਾਇਆ, ਉਦੋਂ ਹੀ ਬਦਲ ਗਿਆ। ਰੱਬ ਨੂੰ ਭੁੱਲ ਗਿਆ ਖਾਸਮ, ਕਹਿੰਦੇ ਵਾਹਿਗੁਰੂ ਪਰਮੇਸ਼ਰ ਨੂੰ, ਕਹਿੰਦੇ ਖਾਸਮ ਵਿਸਾਰ ਦੁਨੀ ਚਿੱਤ ਲਾਇਆ। ਉਹਦੀ ਦੁਨੀਆ ਨਾਲ ਚਿੱਤ ਲਾ ਲਿਆ। ਮਾਂ ਚੰਗੀ ਲੱਗਣ ਲੱਗ ਗਈ, ਪਿਓ ਚੰਗਾ ਲੱਗਣ ਲੱਗ ਗਿਆ, ਬਣੇ ਹੋਏ ਮਿੱਤਰ ਦੋਸਤ ਚੰਗੇ ਲੱਗਣ ਲੱਗ ਗਏ, 4 ਪੈਸੇ ਆਉਣ ਲੱਗ ਗਏ, ਉਹ ਚੰਗੇ ਲੱਗਣ ਲੱਗ ਗਏ, ਸਰੀਰ ਚੰਗਾ ਲੱਗਣ ਲੱਗ ਗਿਆ, ਜਵਾਨੀ ਚੰਗੀ ਲੱਗਦੀ ਹੈ, ਹੋਰ ਪਾਸੇ ਹੀ ਪੈ ਗਿਆ। ਉਹ ਭੁੱਲ ਗਿਆ ਉਹ ਤਾਂ ਗੱਲਾਂ ਜਿਹੜੀਆਂ ਮਾਂ ਦੇ ਗਰਭ 'ਚ ਕਰਕੇ ਆਇਆ ਸੀਗਾ। ਸਤਿਗੁਰੂ ਮਹਾਰਾਜ ਕਹਿੰਦੇ ਬਸ ਫਿਰ ਭਾਈ ਚੇਤੇ 'ਚ ਰੱਖੀ, ਮੌਤ ਦੀ ਫਾਹੀ ਨੇ ਤਾਂ ਇੱਕ ਦਿਨ ਪੈਣਾ ਹੀ ਪੈਣਾ। ਪਰ ਅੱਗੇ ਕੀ ਕਹਿੰਦੇ, ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਜਿਹੜਾ ਕੁਝ ਮੱਥੇ ਤੇ ਲੇਖਾਂ ਦਾ ਲਿਖਿਆ ਹੋਇਆ ਨਾ, ਹੋਣਾ ਉਹੀ ਕੁਝ ਹੈ ਜਿਹੜਾ ਬੀਜ ਰਿਹਾ। ਰੱਬ ਭੁੱਲੀ ਬੈਠਾ, ਦੁਨੀਆ ਦੇ ਮੋਹ ਵਿੱਚ ਪੈ ਕੇ ਆਪਣੇ ਆਪ ਨੂੰ ਚਤੁਰ ਚਲਾਕ ਕਹਿੰਦਾ, ਆਪਣੀਆਂ ਚਲਾਕੀਆਂ ਚਤੁਰਾਈਆਂ ਨਾਲ ਸੁਖੀ ਹੋਣ ਦੇ ਬਥੇਰੇ ਯਤਨ ਲੱਭਦਾ ਬੰਦਾ, ਪਰ ਸੁਖੀ ਨਹੀਂ ਹੋ ਸਕਦਾ। ਬੜੇ ਯਤਨ ਕਰਦਾ, ਦਿਨ ਰਾਤ ਭੱਜਦਾ, ਕਦੇ ਕਿਤੇ ਕਰਦਾ ਚੰਗਾ ਪਰ ਹੋ ਮਾੜਾ ਜਾਂਦਾ, ਸੋਚ ਕੇ ਚੰਗਾ ਜਾਂਦਾ ਤੇ ਉਹਦੇ ਵਿੱਚ ਵੀ ਬੁਰਾ ਪਾ ਕੇ ਆਉਂਦਾ। ਬਈ ਇਹਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਜਿਹੜਾ ਬੀਜ ਬੀਜਿਆ ਹੋਇਆ ਵੱਢਣਾ ਤਾਂ ਉਹੀ ਹੈ, ਤੇਰੇ ਯਤਨਾਂ ਨਾਲ ਥੋੜ੍ਹੇ ਕੁਛ ਹੋਣਾ।
ਮਾੜੇ ਬੀਜੇ ਹੋਏ ਬੀਜ ਸੀਗੇ, ਉਹਨਾਂ ਦੇ ਵੱਢਣ ਦਾ ਟਾਈਮ ਆ ਗਿਆ ਨਾ ਜਦੋਂ, ਫਿਰ ਤੇਰੇ ਯਤਨ ਨਹੀਂ ਚੱਲਦੇ, ਤੇਰੀਆਂ ਸਿਆਣਪਾਂ ਨਹੀਂ ਚੱਲਦੀਆਂ, ਤੇਰੀਆਂ ਚਤੁਰਾਈਆਂ ਨਹੀਂ ਚੱਲਦੀਆਂ, ਚੇਤੇ ਰੱਖੀ। ਫਿਰ ਤਾਂ ਜਿਹੋ ਜਿਹਾ ਬੀਜਿਆ ਹੋਏ ਸੋ ਲੂਣਾ ਮੱਥੈ ਜੋ ਲਿਖਿਆਸ, ਬਸ ਫਿਰ ਉਹੀ ਪ੍ਰਾਪਤ ਕਰਨਾ ਪੈਂਦਾ। ਮਹਾਰਾਜ ਕਹਿੰਦੇ ਰਹਿਣ ਬਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਕਹਿੰਦੇ ਭਾਈ ਜਦੋਂ ਜ਼ਿੰਦਗੀ ਰੂਪੀ ਰਾਤ ਖਤਮ ਹੋ ਜਾਂਦੀ ਹੈ, ਸਾਡੇ ਜੀਵਨ ਦੀ ਰਾਤ ਜਿੱਦਣ ਮੁੱਕ ਗਈ ਨਾ, ਹੁਕਮ ਆ ਗਿਆ ਵਾਹਿਗੁਰੂ ਪਰਮੇਸ਼ਰ ਦਾ, ਰਹਿਣ ਬਿਹਾਣੀ ਪਛਤਾਣੀ, ਫਿਰ ਪਛਤਾਵਾ ਹੋ ਜਾਂਦਾ। ਉੱਠ ਚੱਲੀ ਗਈ ਨਿਰਾਸ। ਐਨ ਜਦੋਂ ਐਂਡ ਦਾ ਸਮਾਂ ਆ ਜਾਂਦਾ ਨਾ, ਜਦੋਂ ਪਤਾ ਵੀ ਲੈ ਹੁਣ ਤਾਂ ਸਾਹਮਣੇ ਹੀ ਦਿਖਦਾ ਸਾਰਾ ਕੁਛ, ਵੀ ਹੁਣ ਤਾਂ ਬਚਾਈ ਹੈ ਨਹੀਂ ਕੋਈ। ਮਹਾਰਾਜ ਕਹਿੰਦੇ ਬਸ ਫਿਰ ਉਸ ਟਾਈਮ ਤਾਂ ਭਾਈ ਨਿਰਾਸ਼ਾ ਹੋ ਜਾਂਦੀ ਹੈ ਪੱਲੇ, ਫਿਰ ਕੁਛ ਵੀ ਚੰਗਾ ਨਹੀਂ ਲੱਗਦਾ ਹੈਗਾ। ਸਾਰਾ ਕੁਛ ਪਤਾ ਵੀ ਹੁਣ ਛੱਡ ਕੇ ਜਾਏਗਾ ਦੁਨੀਆ ਦੇ ਰੰਗ ਤਮਾਸ਼ੇ, ਦੁਨੀਆ ਦਾ ਮੇਲਾ ਛੱਡ ਕੇ ਜਾਣਾ, ਤੇਰਾ ਟਾਈਮ ਨੇੜੇ ਆ ਗਿਆ। ਉੱਠ ਚੱਲੀ ਗਈ ਨਿਰਾਸ਼। ਉਦਾਸ ਹੋ ਜਾਂਦਾ। ਜਿਹੜਾ ਸਾਰੀ ਉਮਰ ਖੁਸ਼ ਰਹਿਣ ਦਾ ਯਤਨ ਕਰਦਾ ਸੀ, ਅੱਜ ਉਦਾਸ ਕਿਉਂ ਹੋ ਗਿਆ? ਇੰਨੇ ਪਦਾਰਥ ਨੇ ਜ਼ਿੰਦਗੀ 'ਚ, ਇੰਨੀ ਮਾਇਆ ਬਣਾਈ, ਦੌਲਤ ਬਣਾਈ, ਕੋਠੀਆਂ ਕਾਰਾਂ ਬਣਾਈਆਂ, ਰਿਸ਼ਤੇ ਨਾਤੇਦਾਰ ਬਣਾ ਲਏ, ਬੜਾ ਕੁਛ ਬਣਾਇਆ, ਬਈ ਤੂੰ ਉਦਾਸ ਕਿਉਂ ਹੋਇਆ ਬੈਠਾ ਜਦੋਂ ਤੂੰ ਆਪਣੇ ਆਪ ਬਹੁਤ ਕੁਝ ਬਣਾ ਸਕਦਾ? ਤਾਂ ਉਦਾਸ ਹੋ ਗਿਆ। ਜਿਹੜਾ ਸਮਾਂ ਹੁਣ ਆਉਣਾ ਹੈ ਨਾ, ਉਹਦੇ 'ਤੇ ਇਹਦਾ ਜ਼ੋਰ ਨਹੀਂ ਚੱਲਦਾ ਹੈਗਾ। ਉਹ ਤਾਂ ਵੱਡੇ ਵੱਡਿਆਂ ਨੂੰ ਲੈ ਜਾਂਦਾ ਰੋੜ ਕੇ। ਇਸੇ ਕਰਕੇ ਉਦਾਸ ਹੈ ਵੀ ਮੈਨੂੰ ਹੁਣ ਸਾਰਾ ਕੁਝ ਛੱਡਣਾ ਪੈਣਾ, ਮੈਨੂੰ ਪਦਾਰਥ, ਮੈਨੂੰ ਦੁਨੀਆ ਦੇ ਰੰਗ ਤਮਾਸ਼ੇ ਛੱਡਣੇ ਪੈਣੇ ਆ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਭਾਈ ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਜਿਹੜਾ ਬੰਦਾ ਤੇ ਇਕੱਲਾ ਸੰਸਾਰ ਦੇ ਤੱਕ ਸੀਮਤ ਹੈ ਨਾ ਪਿਆਰਿਓ, ਜਿਹਦੇ ਅਜੇ ਰੱਬ ਯਾਦ ਹੈ ਨਹੀਂਗਾ, ਜਿਹੜਾ ਜੋੜਨ 'ਤੇ ਹੀ ਲੱਗਿਆ ਹੋਇਆ, ਬਣਾਉਣ 'ਤੇ ਹੀ ਲੱਗਿਆ ਹੋਇਆ ਕੁਛ ਨਾ ਕੁਛ, ਗੁਰਮੁਖ ਪਿਆਰਿਓ, ਐਸੇ ਜਿਹੜੇ ਪੁਰਸ਼ ਨੇ, ਜਦੋਂ ਅੰਤ ਆ ਜਾਂਦਾ ਨਾ, ਆਵੇ ਅੰਤ ਨਾ ਭਜਿਆ ਜਾਈ, ਫਿਰ ਪਤਾ ਨਹੀਂ ਲੱਗਦਾ ਹੈਗਾ। ਫਿਰ ਪਛਤਾਉਂਦੇ ਨੇ। ਛੱਡਣ ਦਾ ਕਿਹੜਾ ਜੀਅ ਕਰਦਾ ਜਦੋਂ ਇੰਨਾ ਕੁਝ ਬਣਾਇਆ ਹੋਵੇ, ਵੀ ਲੈ ਸਾਰੀ ਉਮਰ ਲਾ ਕੇ ਬਣਾਇਆ ਸੀ ਤੇ ਹੁਣ ਵਰਤਣ ਦਾ ਹੁਕਮ ਨਹੀਂ ਹੈ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖਾਂ ਦੀ, ਸਾਧੂਆਂ ਦੀ ਸੰਗਤ ਕਰਦੇ ਆ ਨਾ, ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ, ਉਹ ਭਾਈ ਆਪਣਾ ਜੀਵਨ ਸਵਾਰ ਕੇ ਜਾਂਦੇ ਆ, ਜਿਨ੍ਹਾਂ 'ਤੇ ਵਾਹਿਗੁਰੂ ਕਿਰਪਾ ਕਰਦਾ। ਜਿਹੜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਆ, ਗੁਰਮੁਖਾਂ ਦੀ ਸੰਗਤ ਕਰਦੇ, ਉਹ ਤਾਂ ਜਿਉਂਦੇ ਜੀ ਜਿੱਤ ਲੈਂਦੇ ਆ ਆਪਣੇ ਆਪ ਨੂੰ। ਉਹਨਾਂ ਨੂੰ ਤਾਂ ਦੁਨੀਆ 'ਚ ਰਹਿੰਦੇ ਹੀ ਸਮਝ ਪੈ ਜਾਂਦੀ ਹੈ ਇਸ ਗੱਲ ਦੀ, ਬਈ ਮਨਾ ਛੱਡਣਾ ਤੇ ਹੈ ਇੱਕ ਦਿਨ, ਫਿਰ ਇਕੱਠਾ ਕਾਹਦੀ ਖਾਤਰ ਕਰਦਾ? ਠੀਕ ਹੈ, ਜਿੰਨੀ ਮਿਹਨਤ ਕਰਨੀ ਹੈ ਕਰੋ, ਜਿੰਨਾ ਕਰਮ ਕੋਈ ਕਰ ਸਕਦਾ ਕਰਨਾ ਚਾਹੀਦਾ, ਪਰ ਜਿਹੜਾ ਤੇਰੇ ਨਾਲ ਜਾਊਗਾ ਨਾ, ਉਹ ਚੀਜ਼ ਨੂੰ ਇਕੱਠਿਆਂ ਕਰ। ਬਈ ਤੇਰੇ ਨਾਲ ਕਿਹਨੇ ਜਾਣਾ ਹੈ? ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਕੀਤੇ ਹੋਏ ਨੇਕ ਕਰਮ ਜਿਹੜੇ ਆ ਨਾ, ਉਹ ਤੇਰੇ ਨਾਲ ਜਾਣਗੇ। ਚੰਗਿਆਈ, ਤੈਂ ਕਿਸੇ ਦਾ ਹਿਰਦਾ, ਦੁਖੀ ਹਿਰਦੇ ਵਾਲੇ ਨੂੰ ਕਦੇ ਸੁੱਖ ਦਿੱਤਾ ਹੈ? ਤੈਂ ਕਦੇ ਕਿਸੇ ਵਿਕਾਰਾਂ ਵਿੱਚ ਡੁੱਬੇ ਹੋਏ ਨੂੰ ਬਚਾ ਦਿੱਤਾ? ਕਿਸੇ ਦੇ ਧੀ ਪੁੱਤ ਨੂੰ ਗਲਤ ਰਸਤੇ ਗਏ ਹੋਏ ਨੂੰ ਸਿੱਧੇ ਰਾਹੇ ਪਾ ਦਿੱਤਾ ਹੈ? ਬਸ ਫਿਰ ਤੇਰੇ ਉਹ ਕਰਮ ਜਿਹੜੇ ਕੀਤੇ ਹੋਏ ਨੇ ਨਾ, ਜਿਹੜੇ ਚੰਗੇ ਕੰਮ ਕੀਤੇ ਹੋਏ ਨੇ, ਇਹ ਤਾਂ ਹੁਣ ਸਾਰਿਆਂ ਨੂੰ ਪਤਾ, ਅਣਜਾਣ ਤਾਂ ਕੋਈ ਹੈ ਨਹੀਂ ਇਹਨਾਂ ਗੱਲਾਂ ਤੋਂ। ਜਿਹੜੇ ਤਾਂ ਦੁਨੀਆ 'ਤੇ ਕੀਤੇ ਚੰਗੇ ਕੰਮ, ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਤੈਨੂੰ ਸਕੂਨ ਮਿਲਣਾ ਹੈ। ਜਿੱਥੇ ਕਿਤੇ ਫਿਰ ਤੈਨੂੰ ਦੁੱਖ ਲੱਗੂ, ਜਿੱਥੇ ਤੈਨੂੰ ਡਰ ਲੱਗੂਗਾ, ਉੱਥੇ ਤੇਰੇ ਕੀਤੇ ਹੋਏ ਇਹਨਾਂ ਚੰਗੇ ਕੰਮਾਂ ਦਾ ਫਲ ਮਿਲਣਾ ਹੈ। ਤੇਰਾ ਉਹ ਦੁੱਖ, ਤੇਰਾ ਡਰ, ਤੇਰਾ ਭੈ, ਉਹ ਸਾਰਾ ਦੂਰ ਹੋ ਜਾਣਾ ਹੈ। ਮਹਾਰਾਜ ਕਹਿੰਦੇ ਭਾਈ ਫਿਰ ਅਗਲਾ ਬਚਨ ਹੈ, ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਸੁਰਖਰੂ ਹੋ ਜਾਂਦੇ ਆ, ਮੁੱਖ ਉਜਲੇ ਹੋ ਜਾਂਦੇ ਉਹਨਾਂ ਦੇ, ਜਿਹੜੇ ਸਤਪੁਰਸ਼ਾਂ ਦੀ ਸੰਗਤ ਕਰਕੇ ਜਾਂਦੇ ਆ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਮਹਾਰਾਜ ਕਹਿੰਦੇ ਉਹ ਦੁਨੀਆ ਦੇ ਲੋਕੋ ਬੇਨਤੀ ਕਰਿਆ ਕਰੋ, ਕਰ ਕਿਰਪਾ ਪ੍ਰਭ ਆਪਣੀ। ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰਦੇ, ਅਸੀਂ ਦੁਨੀਆ ਦੇ ਮੋਹ ਵਿੱਚ ਡੁੱਬੇ ਹੋਏ ਹਾਂ। ਇਹ ਐਸਾ ਮੋਹ ਦਾ ਚਿੱਕੜ ਹੈ ਜਿਹੜਾ ਇੱਕ ਵਾਰੀ ਡੁੱਬ ਗਏ, 'ਚੋਂ ਲੰਘਣਾ ਬਹੁਤ ਮੁਸ਼ਕਿਲ ਹੈ, 'ਚੋਂ ਬਾਹਰ ਆਉਣਾ ਬੜਾ ਮੁਸ਼ਕਿਲ ਹੈ। ਇਹਦੀ ਦਲ ਦਲ ਵਿੱਚ ਬੰਦਾ ਧੱਸਦਾ ਹੀ ਜਾਂਦਾ। ਮੋਹ ਇੱਕ ਐਸੀ ਚੀਜ਼ ਹੈ ਪਿਆਰਿਓ,
ਜਿਹਦੇ ਅੰਦਰ ਇਹ ਪੰਜ ਨੇ, ਮਹਾਰਾਜ ਨੇ ਇਹਨਾਂ ਪੰਜਾਂ ਦਾ ਜ਼ਿਕਰ ਬਾਣੀ ਵਿੱਚ ਕੀਤਾ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹਨਾਂ ਦਾ ਪਤਾ ਵੀ ਸਾਨੂੰ ਭਾਵੇਂ ਨਹੀਂ ਲੱਗਦਾ, ਪਰ ਦੁੱਖ ਬੜਾ ਦਿੰਦੇ ਆ। ਦੇਖੋ ਇਹ ਬਾਹਰੋਂ ਨਹੀਂ ਕਿਤੋਂ ਆਉਂਦੇ, ਅੰਦਰ ਆ ਸਾਡੇ। ਬਾਹਰੋਂ ਦੁਸ਼ਮਣਾਂ ਦੇ ਡਰ ਖਾਤਰ ਤਾਂ ਬੋਡੀਗਾਰਡ ਰੱਖੀ ਬੈਠਾ, ਸਿਕਿਉਰਿਟੀ ਗਾਰਡ ਸਾਰੇ ਰੱਖੀ ਬੈਠਾ ਹੈ ਵੀ ਕੋਈ ਆ ਗਿਆ ਜਦੇ ਨਵੇੜ ਦਿਓ। ਆ ਜਿਹੜੇ ਅੰਦਰ ਤੇ ਤੇਰੇ ਹਮਲੇ ਕਰੀ ਜਾਂਦੇ, ਨਿੱਤ ਲੁੱਟੀ ਜਾਂਦੇ ਆ। ਤੇਰੇ ਗੁਣ ਲੁੱਟ ਲਏ, ਚੰਗਿਆਈਆਂ ਲੁੱਟ ਲੀਆਂ, ਤੇਰੇ ਅੰਦਰ ਸਹਿਜ ਨਹੀਂ ਰਿਹਾ, ਤੇਰੇ ਅੰਦਰ ਸਹਿਣਸ਼ੀਲਤਾ ਨਹੀਂ ਰਹੀ, ਤੇਰੇ ਅੰਦਰ ਚੰਗਿਆਈ ਨਹੀਂ ਰਹੀ, ਚੰਗੀ ਸੋਚ ਤੇਰੀ ਖਤਮ ਕਰ ਦਿੱਤੀ ਸਾਰੀ। ਬਈ ਜਿਹੜੇ ਤੇਰੇ ਇਹ ਚੰਗੇ ਗੁਣਾਂ ਦਾ ਖਜ਼ਾਨਾ ਲੁੱਟੀ ਜਾਂਦੇ ਆ, ਕਦੇ ਇਹਨਾਂ ਤੇ ਵੀ ਕੋਈ ਪਹਿਰੇਦਾਰ ਲਾ ਕੇ ਵੇਖ ਲੈ। ਕਦੇ ਇਹਨਾਂ ਬਾਰੇ ਵੀ ਸੋਚਿਆ ਵੀ ਇਹਨਾਂ ਨੂੰ ਕਾਹਦੇ ਨਾਲ ਰੋਕਾਂ, ਮੇਰੇ ਅੰਦਰਲੇ ਚੰਗੇ ਗੁਣ ਲੁੱਟੇ ਜਾ ਰਹੇ ਆ। ਸਤਿਗੁਰੂ ਮਹਾਰਾਜ ਕਹਿੰਦੇ ਇਸ ਦੇਹੀ ਮੈਂ ਪੰਜ ਚੋਰ ਬਸ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਕਰਦੇ ਕੀ ਨੇ ਪੰਜੇ ਚੋਰ, ਅੰਮ੍ਰਿਤ ਲੁੱਟ ਹੈ, ਮਨ ਮੁਖ ਨਹੀਂ ਬੂਝਿਆ। ਕਹਿੰਦੇ ਤੇਰੇ ਅੰਦਰੋਂ ਅੰਮ੍ਰਿਤ ਲੁੱਟੀ ਜਾਂਦੇ ਆ ਭਾਈ, ਤੈਨੂੰ ਪਤਾ ਹੀ, ਤੂੰ ਤਾਂ ਬਾਹਰ ਹੀ ਜੋੜੀ ਜਾਂਦਾ, ਬਾਹਰ ਦਾ ਹੀ ਧਿਆਨ ਰੱਖੀ ਬੈਠਾ। ਆ ਨਾ ਕੋਈ ਲੁੱਟ ਲੇ, ਆ ਨਾ ਲੁੱਟ ਲੇ। ਜਿਹੜਾ ਸਾਰਿਆਂ ਤੋਂ ਕੀਮਤੀ ਤੇਰੇ ਅੰਦਰ ਅੰਮ੍ਰਿਤ ਹੈ, ਚੰਗਿਆਈ ਹੈ ਤੇਰੇ ਅੰਦਰ ਦੀ, ਗੁਣ ਨੇ ਤੇਰੇ ਅੰਦਰ ਦੇ, ਉਹ ਤਾਂ ਸਾਰੇ ਹੀ ਲੁੱਟੇ ਜਾ ਰਹੇ, ਤੈਨੂੰ ਪਤਾ ਹੀ ਨਹੀਂ ਲੱਗਦਾ। ਮਹਾਰਾਜ ਕਹਿੰਦੇ ਫਿਰ ਉਦੋਂ ਪਛਤਾਉਂਦਾ ਜਦੋਂ ਸਾਰਾ ਖਾਲੀ ਹੋ ਜਾਂਦਾ। ਕਈ ਵਾਰੀ ਨਾ ਆਪਾਂ ਵੇਖਦੇ ਹੁੰਦੇ ਹਾਂ ਘਰੇ ਕੁਛ ਚੀਜ਼ਾਂ ਪਈਆਂ ਹੁੰਦੀਆਂ, ਇੱਕ ਵਾਰੀ ਰੱਖਦੀਆਂ, ਮੁੜ ਕੇ ਆਪਾਂ ਧਿਆਨ ਹੀ ਨਹੀਂ ਦਿੰਦੇ ਉਹਨਾਂ ਦਾ। ਜਦੋਂ ਕਿਤੇ ਲੋੜ ਪਵੇ, ਕੰਮ ਆਵੇ, ਜਦੋਂ ਵੇਖਦੇ ਹਾਂ ਉਹ ਹੁੰਦੀਆਂ ਹੀ ਨਹੀਂ ਉੱਥੇ, ਫਿਰ ਰੌਂਦੇ ਹਾਂ ਅਸੀਂ, ਕਰ ਲਾਉਂਦੇ ਹਾਂ ਬਈ ਕਿੱਥੇ ਗਈਆਂ, ਮੈਂ ਤਾਂ ਵੇਖੀ ਹੀ ਨਹੀਂ, ਸਾਲ ਹੋ ਗਿਆ ਮੈਂ ਤਾਂ ਵੇਖਿਆ ਹੀ ਨਹੀਂ, ਇੱਥੇ ਪਈਆਂ ਹੁੰਦੀਆਂ ਸੀ, ਟੂਮਾ ਸੀ, ਗਹਿਣਾ ਸੀ, ਇੱਥੇ ਪਿਆ ਸੀ, ਪਤਾ ਹੀ ਨਹੀਂ ਕਿੱਥੇ ਆ। ਕਿਉਂ? ਜੇ ਤਾਂ ਨਿਗਾਹ ਮਾਰੀ ਹੋਵੇ, ਧਿਆਨ ਦਿੱਤਾ ਹੋਵੇ, ਫਿਰ ਤਾਂ ਪਤਾ ਲੱਗੇ। ਇਸੇ ਤਰ੍ਹਾਂ ਜਿਹੜੀਆਂ ਤੇਰੇ ਅੰਦਰ ਚੰਗਿਆਈਆਂ ਦਾ ਗਹਿਣਾ ਨਾ ਤੇਰੇ ਕੋਲੇ, ਤੈਂ ਕਦੇ ਧਿਆਨ ਹੀ ਨਹੀਂ ਦਿੱਤਾ ਵੀ ਇਹ ਤੇਰੇ ਕੋਲੇ ਹੈਗਾ ਵੀ ਆ ਕਿ ਨਹੀਂ। ਕਦੇ ਨਿਗਾਹ ਮਾਰਿਆ ਕਰੋ ਆਪਣੇ ਅੰਦਰ ਵੀ ਤੂੰ ਪਹਿਲਾਂ ਨਹੀਂ ਸੀ ਇਹੋ ਜਿਹਾ ਹੁੰਦਾ, ਵੀ ਹੁਣ ਰੁੱਖਾ ਜਿਹਾ ਹੋਣ ਲੱਗ ਗਿਆ, ਕ੍ਰੋਧ ਆਉਣ, ਵੀ ਇਹ ਕਿਉਂ ਆਉਣ ਲੱਗ ਗਿਆ। ਤੇਰੇ ਅੰਦਰ ਦਇਆ ਤੇਰੇ ਅੰਦਰ ਦੀ ਕਿੱਧਰ ਗਈ? ਅੱਗੇ ਤਰਸ ਕਰਦਾ ਸੀ ਲੋਕਾਂ ਤੇ, ਹੁਣ ਦੇਖ ਦੇਖ ਕੇ ਹੀ ਚਿੜੀ ਜਾਂਦਾ। ਤੇਰਾ ਸੰਤੋਖ ਕਿੱਧਰ ਗਿਆ? ਸਬਰ ਕਿੱਧਰ ਗਿਆ ਤੇਰਾ? ਤੇਰੇ ਮਿੱਠਤ ਪਿਆਰ ਕਿੱਧਰ ਗਈ? ਅੱਗੇ ਹਰੇਕ ਨੂੰ ਹੱਸ ਕੇ ਬੋਲਦਾ ਸੀ, ਉਹਨੂੰ ਨਫ਼ਰਤ ਨਾਲ ਵੇਖਦਾ, ਕਿੱਧਰ ਗਏ ਇਹ? ਫਿਰ ਜਦੋਂ ਸੋਚੇਗਾ ਨਾ, ਫਿਰ ਪਤਾ ਲੱਗਣਾ ਮਨਾ ਉਹ ਤਾਂ ਲੁੱਟਿਆ ਗਿਆ। ਜਿਹੜਾ ਤੇਰੇ ਅੰਦਰ ਚੰਗਿਆਈ ਸੀ ਨਾ, ਉਹ ਤਾਂ ਲੁੱਟ ਲਈ ਸਾਰੀ। ਲੁੱਟ ਕੇ ਕੌਣ ਲਗਿਆ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇੱਥੇ ਮਹਾਰਾਜ ਉਹੀ ਹੀ ਬਚਨ ਕਰਦੇ ਆ, ਕਹਿੰਦੇ ਜਿਹੜੇ ਤਾਂ ਰੱਬ ਦੇ ਪਿਆਰਿਆਂ ਦੀ ਸੰਗਤ 'ਚ ਆ ਗਏ, ਉਹਨਾਂ ਨੂੰ ਤਾਂ ਸਮਝ ਪੈ ਜਾਂਦੀ ਹੈ ਵੀ ਸਾਡੇ ਕੋਲੇ ਕੀ ਹੈਗਾ ਤੇ ਕੀ ਨਹੀਂ ਹੈ, ਸਾਨੂੰ ਕੀ ਬਣਾਉਣਾ ਚਾਹੀਦਾ ਤੇ ਕੀ ਨਹੀਂ ਬਣਾਉਣਾ ਚਾਹੀਦਾ, ਪਤਾ ਲੱਗ ਜਾਂਦਾ। ਇਸੇ ਕਰਕੇ ਤਾਂ ਬਾਣੀ ਕਹਿੰਦੀ ਹੈ, ਕਹਿੰਦੇ ਬੰਦਾ ਸਾਰੀ ਉਮਰ ਲੰਘਾ ਜਾਂਦਾ ਹੈ, ਪਰ ਇਹਨੂੰ ਜ਼ਿੰਦਗੀ ਜਿਉਣੀ ਨਹੀਂ ਆਈ ਹੈਗੀ। ਕਹਾਉਂਦਾ ਤਾਂ ਹਰੇਕ ਹੀ ਆਪਣੇ ਆਪ ਨੂੰ ਚਤੁਰ ਤੇ ਚਲਾਕ ਹੈ, ਪਰ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਿਆ, ਸਮਝਿਆ ਤੇ ਵਿਚਾਰਿਆ ਨਹੀਂ ਹੈ, ਅਸੀਂ ਜਾਣੇ ਹੀ ਨਹੀਂ ਮਨੁੱਖਾ ਜਨਮ ਹੈ ਕੀ ਹੈ, ਸਾਨੂੰ ਪਤਾ ਹੀ ਨਹੀਂ ਵੀ ਕੀ ਹੈ ਇਹ। ਕਿਰਪਾ ਵਾਹਿਗੁਰੂ ਪਰਮੇਸ਼ਰ ਦੀ, ਮਹਾਰਾਜ ਨੇ ਇਸ ਰਸਤੇ ਲਾ ਦਿੱਤਾ, ਨਹੀਂ ਤਾਂ ਅਸੀਂ ਵੀ ਪਤਾ ਨਹੀਂ ਕਿੱਥੇ ਅਗਿਆਨਤਾ 'ਚ ਡੁੱਬੇ ਫਿਰਨਾ, ਸਮਝੇ ਨਹੀਂ ਸੀ ਆਉਣੀ ਹੈਗੀ ਕੀ ਹੁੰਦਾ। ਬਸ ਖਾਓ ਪੀਓ ਤੇ ਐਸ਼ ਕਰੋ, ਬਸ ਇਹੋ ਹੀ ਗੱਲਾਂ ਸਾਡੇ ਕੋਲ ਹੁੰਦੀਆਂ। ਪਰ ਹੁਣ ਪਤਾ ਲੱਗਿਆ ਵੀ ਇਹ ਬਹੁਤ ਕੀਮਤੀ ਹੈ। 84 ਲੱਖ ਦੇ ਗੇੜ ਤੋਂ ਬਾਅਦ ਮਿਲੀ ਹੋਈ ਇਹ ਮਨੁੱਖਾ ਜਨਮ ਦੀ ਦਾਤ ਐਵੇਂ ਨਹੀਂ ਮਿਲਦੀ ਹੈਗੀ। ਮਨਾ ਕਿਉਂ ਇਹਨੂੰ ਝਗੜਿਆਂ ਦੇ ਵਿੱਚ, ਰੌਲਿਆਂ ਵਿੱਚ, ਕਲੇਸ਼ਾਂ ਵਿੱਚ ਪਾ ਕੇ ਲੰਘਾਈ ਜਾਂਦਾ? ਛੋਟੀ ਜੀ ਜ਼ਿੰਦਗੀ